ਅਕਸਰ ਹੀ ਉਕਸਾਊ ਕਿਸਮ ਦੀ ਉਲਾਰਵਾਦੀ ਪੱਤਰਕਾਰੀ ਲਈ ਜਾਣਿਆ ਜਾਂਦਾ ਅਰਨਬ ਗੋਸਵਾਮੀ ਆਪਣੇ ਇੱਕ ਡਿਬੇਟ ਸ਼ੋਅ ਦੌਰਾਨ ਕੀਤੀਆਂ ਟੀਕਾ ਟਿੱਪਣੀਆਂ ਨੂੰ ਲੈ ਕੇ ਇੱਕ ਵਾਰ ਫਿਰ ਚਰਚਾ 'ਚ ਹੈ। ਇਸ ਵਾਰ 4-4 ਸੂਬਿਆਂ 'ਚ ਗੋਸਵਾਮੀ ਦੇ ਖਿਲਾਫ ਪਰਚੇ ਵੀ ਦਰਜ ਹੋਏ ਨੇ ਅਤੇ ਮੀਡੀਆ ਵਿੱਚ ਕੁਝ ਅਸਲ ਪੱਤਰਕਾਰੀ ਕਰ ਰਹੇ ਸੀਨੀਅਰ ਪੱਤਰਕਾਰ ਗੋਦੀ ਮੀਡੀਆ ਦੇ ਇਸ ਅਹਿਮ ਮੋਹਰੇ ਗੋਸਵਾਮੀ ਦੇ ਇਸ ਨਵੇਂ ਕਾਰਨਾਮੇ ਉੱਪਰ ਸਵਾਲ ਵੀ ਚੁੱਕ ਰਹੇ ਨੇ। ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਅਤੇ ਖੁਸ਼ਹਾਲ ਸਿੰਘ ਨੇ ਇਸ ਮੁਤਲਕ ਕੁਝ ਸੰਜੀਦਾ ਸਵਾਲ ਚੁੱਕੇ ਹਨ। ਉਹਨਾਂ ਨੇ ਕਿਹਾ ਕਿ ਅਰਨਬ ਗੋਸਵਾਮੀ ਈਸਾਈ ਮੁਸਲਿਮ ਕਾਂਗਰਸ ਖਿਲਾਫ ਅਤੇ ਬੀਜੇਪੀ ਦੇ ਹੱਕ ਵਿੱਚ ਅਕਸਰ ਨਫ਼ਰਤੀ ਪ੍ਰਚਾਰ ਕਰਦਾ ਹੈ। ਬੀਜੇਪੀ ਦੇ ਵੋਟ ਬੈਂਕ ਲਈ ਸਮਾਜ ਨੂੰ ਵੰਡਣ ਦੇ ਹੱਥਕੰਡਿਆਂ ਦਾ ਉਹ ਅਸਲ ਖਿਡਾਰੀ ਹੈ। ਹਾਲੀਆ ਮਾਮਲੇ ਵਿੱਚ ਇੱਕ ਡਿਬੇਟ ਸ਼ੋਅ ਵਿੱਚ ਕਾਂਗਰਸ ਸੁਪਰੀਮੋ ਸੋਨੀਆ ਗਾਂਧੀ ਤੇ ਕੁਝ ਗਲਤ ਟਿੱਪਣੀਆਂ ਕਰ ਗਿਆ ਅਤੇ ਮਹਾਰਾਸ਼ਟਰ ਦੇ ਪਾਲਘਰ ਵਿੱਚ ਸਾਧੂਆਂ ਤੇ ਹੋਏ ਹਮਲੇ ਨੂੰ ਮੁਸਲਿਮ ਰੰਗ ਦੇਣ ਲੱਗਾ, ਜਦਕਿ ਹਮਲਾਵਰਾਂ ਚੋਂ ਕੋਈ ਵੀ ਮੁਸਲਿਮ ਨਹੀਂ ਸੀ। ਜ਼ਿਆਦਾਤਰ ਬੀਜੇਪੀ ਨਾਲ ਹੀ ਸੰਬੰਧ ਦੱਸੇ ਜਾ ਰਹੇ ਸਨ। ਤਾਂ ਇਸ ਦਰਮਿਆਨ ਆਪਣੀ ਇਸ ਕਰਤੂਤ ਤੇ ਪਰਦੇ ਪਾਉਣ ਲਈ ਉਸਨੇ ਕੁਝ ਕਾਂਗਰਸੀਆਂ ਵੱਲੋਂ ਆਪਣੇ ਤੇ ਹਮਲੇ ਦੀ ਗੱਲ ਕਹੀ। ਗ੍ਰਿਫਤਾਰੀ ਦੀ ਤਲਵਾਰ ਲਟਕੀ ਤਾਂ ਸੁਪਰੀਮ ਕੋਰਟ ਜਾ ਪਹੁੰਚਿਆ। ਪ੍ਰੈਸ ਕਾਉਂਸਲ ਆਫ ਇੰਡੀਆ ਤੇ ਐਡੀਟਰ ਗਿਲਡ ਵੀ ਪ੍ਰੈਸ ਦੇ ਹਮਲੇ ਦਾ ਰਾਗ ਛੇੜ ਉਸ ਦੀ ਪਿੱਠ ਤੇ ਆਣ ਖੜੇ। ਹਾਲਾਂਕਿ ਇਹ ਅਦਾਰੇ ਉਸ ਵੇਲੇ ਕਿੱਥੇ ਗਏ ਸਨ? ਉਦੋਂ ਕਿਉਂ ਚੁੱਪ ਰਹੇ ਜਦੋਂ ਵਾਇਰ ਦੇ ਸੰਸਥਾਪਕ ਸਿਧਾਰਥ ਵਰਦਰਾਜਨ ਖਿਲਾਫ ਕੇਸ ਦਰਜ ਹੋਇਆ ਜਾਂ ਕਸ਼ਮੀਰੀ ਪੱਤਰਕਾਰਾਂ ਖਿਲਾਫ UAPA ਤਹਿਤ ਮੁਕੱਦਮੇ ਦਰਜ ਕੀਤੇ ਗਏ? ਸਿੱਖ ਨਿਊਜ਼ ਐਕਸਪ੍ਰੈਸ ਨਾਲ ਖਾਸ ਤੌਰ ਤੇ ਗੱਲਬਾਤ ਕਰਦਿਆਂ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਨੇ ਹੋਰ ਅਹਿਮ ਸਵਾਲ ਚੁੱਕੇ ਹਨ। ਉਹਨਾਂ ਨੇ ਅਰਨਬ ਗੋਸਵਾਮੀ ਦੀ ਤੁਲਨਾ ਲਾਲਾ ਜਗਤ ਨਾਰਾਇਣ ਨਾਲ ਕੀਤੀ ਹੈ, ਜਿਸ ਨੇ ਬਲਦੇ ਹੋਏ ਪੰਜਾਬ ਦੀ ਅੱਗ ਵਿੱਚ ਹੋਰ ਤਿਲਕ ਛਿੜਕ ਇਸ ਨੂੰ ਫਿਰਕੂ ਰੰਗ ਦਿੱਤਾ ਸੀ। ਉਹ ਆਪਣੀ ਸੰਪਾਦਕੀ ਵਿੱਚ ਤਤਕਾਲੀ ਜਥੇਦਾਰ ਦੇ ਖਿਲਾਫ ਵੀ ਲਿਖਦਾ ਸੀ, ਉਸ ਨੂੰ ਪਾਕਿਸਤਾਨ ਦਾ ਏਜੰਟ ਦੱਸਦਾ ਸੀ। ਹਰ ਸਰਕਾਰਾਂ ਵਾਂਗ ਉਸ ਵੇਲੇ ਉਸ ਨੂੰ ਵੀ ਸੱਤਾ ਦੀ ਸ਼ੈ ਹਾਸਲ ਸੀ। ਦੇਖੋ ਵੀ ਇਹ ਕੋਈ ਨਾ ਕੋਈ ਕਿਸੇ ਕਿਸਮ ਦਾ ਇਹ ਪਿੱਛੋਂ ਕੋਈ ਪ੍ਰੈਸ਼ਰ ਬਣ ਜਾਂਦਾ ਹੈ, ਜਿਹਦੇ ਕਰਕੇ ਸਾਰੇ ਜਿਹੜੇ ਇੰਸਟੀਟਿਊਸ਼ਨਸ ਹੁੰਦੇ ਆ, PCI ਤੇ ਹੋਰ ਸਾਰੇ ਇਹ ਉਸੇ ਮੁਤਾਬਕ ਐਕਟ ਕਰਦੇ ਆ। ਤੇ ਸਭ ਨੂੰ ਪਤਾ ਹੁਣ ਇਹ ਕੋਈ ਲੁਕੀ ਛੁਪੀ ਗੱਲ ਨਹੀਂ ਹੈ ਵੀ ਅਰਨਬ ਗੋਸਵਾਮੀ ਬੜੀ ਦੇਰ ਦਾ BJP ਦੀ ਸੇਵਾ ਕਰ ਰਿਹਾ ਹੈ ਔਰ ਕਾਂਗਰਸ ਦੇ ਵਿਰੁੱਧ ਬਹੁਤ ਜੋ ਬੋਲਣ ਚਾਹੀਦਾ ਸੀ ਉਹ ਬੋਲ ਰਿਹਾ ਹੈ। ਤੇ ਇਸ ਕਰਕੇ ਇਹ ਪੂਰਾ ਕੰਪੇਨਰ ਹੈ, ਕੰਪੇਨ ਕਰ ਰਿਹਾ ਹੈ। ਇਸੇ ਕਰਕੇ ਫਿਰ ਉਹਦੀ ਸਪੋਰਟ ਸਾਰੇ ਇੰਸਟੀਟਿਊਸ਼ਨਾਂ ਵੱਲੋਂ ਮਿਲ ਗਈ ਹੈ। ਇਹ ਪਤਾ ਹੁੰਦਾ ਇੰਸਟੀਟਿਊਸ਼ਨਸ ਨੂੰ ਵੀ ਸਰਕਾਰ ਕੀ ਚਾਹੁੰਦੀ ਹੈ ਮੌਕੇ ਦੀ, ਇਸ ਕਰਕੇ ਸਪੋਰਟ ਮਿਲ ਗਈ ਹੈ ਉਸਨੂੰ। ਅੱਛਾ, ਲਾਲਾ ਜਗਤ ਨਾਰਾਇਣ ਦੇ ਬਾਰੇ ਬੇਸ਼ੱਕ ਉਹ ਲੰਬੀ ਸਟੋਰੀ ਹੋ ਗਈ ਹੈ, ਪਰ ਲਾਲਾ ਜਗਤ ਨਾਰਾਇਣ ਦੇ ਬਾਰੇ ਮਸ਼ਹੂਰ ਹੈ ਵੀ ਉਹ ਹਿੰਦੂਤਵਾ ਦਾ ਪਹਿਲਾ ਪੱਤਰਕਾਰ ਸੀ ਜਿਹੜਾ ਇੱਥੇ, ਜਿਹਦੇ ਬਾਰੇ ਉਸ ਮੌਕੇ ਤੇ ਉਸ ਨੂੰ ਪ੍ਰੈਸ ਦੀ ਆਜ਼ਾਦੀ ਦੇ ਨਾਮ ਤੇ ਉਹਦੇ ਤੇ ਕਦੇ ਕੋਈ ਕਿਸੇ ਨੇ ਉਂਗਲ ਨਹੀਂ ਸੀ ਉਠਾਈ। ਤੇ ਉਹ ਇੱਥੋਂ ਤੱਕ ਹੈ ਵੀ ਉਹ ਆਰੀਆ ਸਮਾਜੀ ਹੋਣ ਕਰਕੇ ਪੰਜਾਬੀਆਂ ਨੂੰ, ਖਾਸ ਕਰਕੇ ਹਿੰਦੂ ਪੰਜਾਬੀਆਂ ਨੂੰ ਵੀ ਕਹਿੰਦਾ ਰਿਹਾ ਆਪਣੀ ਜਿਹੜੀ ਮਾਤ ਬੋਲੀ ਹੈ, ਮਦਰ ਟੰਗ ਹੈ, ਉਹ ਪੰਜਾਬੀ ਨਹੀਂ ਲਿਖਾਉਣੀ। ਇੱਥੋਂ ਤੱਕ ਵੀ ਕੰਪੇਨ ਕਰਦਾ ਰਿਹਾ 1960-61 ਦੀ ਮਰਦਮਸ਼ੁਮਾਰੀ ਵੇਲੇ। ਉਸ ਤੋਂ ਬਾਅਦ ਫਿਰ ਜਦੋਂ ਉਹਨੇ ਅਖਬਾਰ ਕੱਢਿਆ ਉਹਦੇ 'ਚ ਲਗਾਤਾਰ ਉਹ ਸਿੱਖਾਂ ਵਿਰੁੱਧ ਹੇਟ ਕੰਪੇਨ ਕਰਦਾ ਰਿਹਾ। ਸਭ ਤੋਂ ਜ਼ਿਆਦਾ ਜਿਹੜੀ ਸਿੱਖਾਂ ਨੂੰ ਬਹੁਤ ਵੱਡਾ ਹਜੇ ਤੱਕ ਗੁੱਸਾ ਹੈ ਉਹ ਇਹ ਹੈ ਜਦੋਂ ਅਕਾਲ ਤਖ਼ਤ ਦੇ ਜਥੇਦਾਰ ਗੁਰਦਿਆਲ ਸਿੰਘ ਅਜਨੋਹਾ ਤੇ ਟੌੜਾ ਸਾਹਿਬ ਜਥੇਦਾਰ ਟੌੜਾ ਦੋਨੋਂ ਲੰਡਨ ਗਏ ਤਾਂ ਉਸਨੇ ਪੂਰੇ ਐਡੀਟੋਰੀਅਲ ਲਿਖੇ ਵੀ ਇਹ ਉੱਥੇ ਪਾਕਿਸਤਾਨੀ ਨੂੰ ਮਿਲੇ ਹੈ, ਇਹ ਪਾਕਿਸਤਾਨ ਦੇ ਏਜੰਟ ਹੈ, ਇਹ ਦੇਸ਼ ਧਰੋਹੀ ਹੈ। ਸਰਕਾਰ ਦਿੱਲੀ ਸਰਕਾਰ ਚਾਹੀਦਾ ਸੀ ਵੀ ਇਹਨਾਂ ਨੂੰ ਵੀਜ਼ਾ ਨਾ ਦਿੰਦੇ, ਇਹਨਾਂ ਨੂੰ ਜਾਣ ਨਹੀਂ ਦੇਣਾ ਚਾਹੀਦਾ ਸੀ। ਇਸ ਕਿਸਮ ਦੇ ਉਹ ਐਡੀਟੋਰੀਅਲ ਹਜੇ ਤੱਕ ਰਿਕਾਰਡ ਤੇ ਪਏ ਹੈ। ਇਸੇ ਕਰਕੇ ਉਹ ਆਰੀਆ ਸਮਾਜੀ ਹੋਣ ਕਰਕੇ ਸਿੱਖਾਂ ਵਿਰੁੱਧ ਉਹ ਨਫ਼ਰਤ ਦਾ ਬਹੁਤ ਪ੍ਰਚਾਰ ਕਰਦਾ ਸੀ। ਉਹ ਨਫ਼ਰਤ ਦੇ ਪ੍ਰਚਾਰ ਦੇ ਵਿੱਚੋਂ ਹੀ ਪੰਜਾਬ ਦੀ ਪੋਲੀਟਿਕਸ ਜਿਹੜੀ ਉਹ ਫਿਰਕਾਪ੍ਰਸਤ ਪੋਲੀਟਿਕਸ ਬਣੀ, ਦੋ ਧਿਰਾਂ ਹੋਈਆਂ। ਉਹਦੇ ਵਿੱਚੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ, ਉਹਦੇ ਵਿੱਚੋਂ ਨਵੰਬਰ 84 ਦਿੱਲੀ ਹੋਇਆ। ਤੇ ਸਾਰੇ ਪ੍ਰੈਸ ਉਦੋਂ ਬਹੁਤ ਫਿਰਕਾਪ੍ਰਸਤੀ ਦੀ ਇਸ ਕਿਸਮ ਦੀ ਉਹ ਪੱਤਰਕਾਰੀ ਕਰਦੇ ਸੀ। ਉਸ ਵੇਲੇ ਕਿਸੇ ਨੇ ਨੋਟਿਸ ਨਹੀਂ ਲਿਆ ਔਰ ਲੈਂਦੇ ਨਹੀਂ ਸੀ। ਹੁਣ ਜਾ ਕੇ ਅਰਨਬ ਗੋਸਵਾਮੀ ਵਰਗਿਆਂ ਦੀ ਜਿਹੜੀ ਫਿਰਕਾਪ੍ਰਸਤੀ ਹੈ ਬਿਲਕੁਲ ਲੋਕਾਂ ਦੇ ਸਾਹਮਣੇ ਆ ਗਈ ਹੈ। ਹੁਣ ਕਹਿਣਾ ਸ਼ੁਰੂ ਕਰ ਦਿੱਤਾ ਵੀ ਇਹ ਗੋਦੀ ਮੀਡੀਆ। ਉਸ ਵੇਲੇ ਵੀ ਗੋਦੀ ਮੀਡੀਆ ਸੀ ਪਰ ਲੋਕਾਂ ਨੂੰ ਨਹੀਂ ਸੀ ਪਤਾ ਲੱਗਦਾ, ਨਾ ਇਹ ਸ਼ਬਦ ਹਜੇ ਤੱਕ ਅੱਗੇ ਆਇਆ ਸੀਗਾ। ਉਦੋਂ ਤਾਂ ਫਰੀਡਮ ਆਫ ਪ੍ਰੈਸ ਦੀ ਆਜ਼ਾਦੀ ਦੇ ਨਾਮ ਤੇ ਇਹ ਸਾਰਾ ਕੁਝ ਚੱਲਦਾ ਰਿਹਾ ਸੀ। ਇਸ ਕਰਕੇ ਅਰਨਬ ਗੋਸਵਾਮੀ ਤੋਂ ਵੀ ਜ਼ਿਆਦਾ ਮਾੜਾ ਰੋਲ ਲਾਲਾ ਜਗਤ ਨਾਰਾਇਣ ਨੇ ਕੀਤਾ। ਤੇ ਫਿਰ ਉਸ ਤੋਂ ਬਾਅਦ ਉਹਦੇ ਪੰਜਾਬ ਕੇਸਰੀ ਗਰੁੱਪ ਨੇ, ਫਿਰ ਉਹਨਾਂ ਨੇ ਉਸ ਤੋਂ ਬਾਅਦ ਜਿਹੜੀ ਇੱਥੇ ਲਗਾਤਾਰ ਸ਼ਹੀਦੀ ਫੰਡ ਬਣਾ ਕੇ ਹਰ ਸਾਲ ਜਿਹੜਾ ਵੱਡਾ ਇਕੱਠ ਕਰਕੇ
ਮਿਨਿਸਟਰਾਂ ਨੂੰ ਸੱਦ ਕੇ, ਬੀਜੇਪੀ ਦੇ ਲੀਡਰਾਂ ਨੂੰ ਸੱਦ ਕੇ ਉਹ ਸਿੱਖਾਂ ਵਿਰੁੱਧ ਪ੍ਰਚਾਰ ਦਾ ਜਿਹੜਾ ਇੱਕ ਪਲੇਟਫਾਰਮ ਦਿੱਤਾ। ਉਹਦੇ ਨਾਲ ਫਿਰ ਪੰਜਾਬ ਦੀ ਪੋਲੀਟਿਕਸ 90 'ਚ 2000 ਤੱਕ ਪੂਰੀ ਫਿਰਕਾ ਪ੍ਰਸਤੀ ਰਹੀ। ਇਸ ਕਰਕੇ ਜਿਹੜਾ ਰੋਲ ਜੇ ਪੁਰਾਣੇ ਸਭ ਨੂੰ ਪਤਾ, ਮੀਡੀਆ ਦੇ ਵਿੱਚ ਜਿਹੜੇ ਐਕਸਪਰਟ ਹੈ ਸਭ ਨੂੰ ਪਤਾ ਵੀ ਲਾਲਾ ਜਗਤ ਨੈਣ ਪੰਜਾਬ ਕੇਸਰੀ ਗਰੁੱਪ ਦਾ ਰੋਲ ਹੈ ਉਹ ਫਿਰਕਾ ਪ੍ਰਸਤੀ ਵਾਲਾ ਰੋਲ ਰਿਹਾ, ਤੇ ਉਹਨਾਂ ਨੇ ਇਹਦੇ ਵਿੱਚ ਖੱਟਿਆ ਵੀ ਬਹੁਤ ਹੈ। ਉਹਨਾਂ ਦਾ ਕੋਈ ਇਹੋ ਜਿਹਾ ਪੰਜਾਬ, ਹਰਿਆਣਾ, ਰਾਜਸਥਾਨ, ਯੂਪੀ, ਵੈਸਟਰਨ ਯੂਪੀ ਕੋਈ ਵੀ ਇਹੋ ਜਿਹਾ ਥਾਂ ਨਹੀਂ, ਹਿਮਾਚਲ, ਜਿੱਥੇ ਇਹਨਾਂ ਦੇ ਵੱਡੇ ਵੱਡੇ ਇੰਡਸਟਰੀਅਲ ਪਲਾਟਸ ਨਹੀਂ ਹੈ, ਜਿੱਥੇ ਇਹਨਾਂ ਦੇ ਅਦਾਰੇ ਨਹੀਂ ਚੱਲਦੇ ਪੰਜਾਬ ਕੇਸਰੀ ਗਰੁੱਪ ਦੇ। ਇਹ ਸਾਰਾ ਜਿਹੜਾ ਇਹਨਾਂ ਨੇ ਨਫ਼ਰਤ ਦੀ ਵਿਕਰੀ ਕੀਤੀ ਹੈ, ਸੇਲ ਕੀਤੀ ਹੈ, ਉਸੇ ਵਿੱਚੋਂ ਇਹ ਸਾਰਾ ਕੁਝ ਮਿਲਿਆ। ਇਹ ਹੁਣ ਸਭ ਨੂੰ ਪਤਾ ਪੰਜਾਬ ਦੇ ਵਿੱਚ। ਦੇਖੋ, ਕੋਰਟ ਨੇ ਉਹਨੂੰ ਟਾਈਮ ਦੇਤਾ 3 ਹਫ਼ਤੇ ਦਾ, ਇਨਵੈਸਟੀਗੇਸ਼ਨ ਸਟਾਪ ਕਰਤੀ ਹੈ। ਤਾਂ ਦੇ ਰੋਂਗ ਇਟਸ, ਕਿਉਂਕਿ ਇਹ ਬੰਦਾ ਜਿਹੜਾ ਹੈਗਾ ਇਹ ਹਰ ਇੱਕ ਦੀ ਬੇਇੱਜ਼ਤੀ ਕਰਦਾ ਆਪਣੇ ਉਸ ਪ੍ਰੋਗਰਾਮ ਦੇ ਵਿੱਚ, ਆਪ ਜਿੱਥੇ ਐਂਕਰਿੰਗ ਕਰਦਾ ਹੈ, ਔਰ ਇਹ ਇੱਕ ਵਿਰੂਲੈਂਟਲੀ ਬਹੁਤ ਜ਼ਿਆਦਾ ਕਮਿਊਨਲ ਕਿਸਮ ਦੇ ਵਿਚਾਰ ਫੈਲਾਉਂਦਾ ਲੋਕਾਂ ਦੇ ਵਿੱਚ। ਤਾਂ ਇਸ ਦੀ ਰੋਕਥਾਮ ਕਰਨੀ ਜ਼ਰੂਰੀ ਹੈ। ਤੇ ਵੈਸੇ ਵੀ ਸਾਡੇ ਦੇਸ਼ ਦੀ ਬਹੁਤ ਸਤਿਕਾਰਯੋਗ ਮਹਿਲਾ ਹੈ ਜੀ ਵਿਚਾਰੀ ਇਹ, ਤੇ ਜੇ ਬਾਹਰ ਤੋਂ ਆਈ ਹੋਈ ਹੈ ਤਾਂ ਫਿਰ ਕੀ ਇਹਦੇ ਨਾਲ ਫਰਕ ਪੈਂਦਾ। ਬਾਰ ਇਸ ਤਰ੍ਹਾਂ ਦੀ ਬਦਨਾਮੀ ਕਰਨੀ ਔਰ ਕਈ ਕਿਸਮ ਦੀਆਂ ਗੱਲਾਂ ਇਹ ਕਰਦੇ ਰਹਿੰਦਾ ਜਿਹੜੀਆਂ ਵਾਜਬ ਨਹੀਂ ਹਨ। ਤੇ ਫਿਰ ਉਹ ਇੱਕ ਪਾਰਟੀ ਦੀ ਹੈਡ ਹੈ। ਡੈਮੋਕ੍ਰੇਸੀ ਦੇ ਵਿੱਚ, ਲੋਕ ਰਾਜ ਦੇ ਵਿੱਚ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਚਾਹੀਦੀਆਂ। ਤੇ ਬਾਕੀ ਜਿਹੜਾ ਕੋਰਟ ਦਾ ਰੋਲ ਹੈਗਾ, ਕੋਰਟ ਨੂੰ ਇਨਵੈਸਟੀਗੇਸ਼ਨ ਦੇ ਵਿੱਚ ਇੰਟਰਫੇਅਰ ਕਰਨ ਦੀ ਲੋੜ ਨਹੀਂ ਸੀ। ਕੋਰਟ ਨੂੰ ਚਾਹੀਦਾ ਸੀਗਾ ਕਿ ਉਹ ਜਿਹੜੀ ਨੋਰਮਲ ਪ੍ਰੋਸੀਜਰ ਹੈ ਇਸ ਦਾ ਕੰਪਲੇਂਟ ਤੋਂ ਬਾਅਦ ਇਨਵੈਸਟੀਗੇਸ਼ਨ ਹੋਣੀ ਹੈ, ਫਿਰ ਉਸ ਤੋਂ ਬਾਅਦ ਉਹ ਆਪਣਾ ਜੋ ਉਹਨੂੰ ਸਮਝਦੇ ਵੀ ਕੋਈ ਅਫੈਂਸ ਹੋਈ ਹੈ ਤਾਂ ਉਹ ਚਾਰਜ ਕਰਨਗੇ, ਉਹ ਚੱਲਣ ਦੇਣਾ ਚਾਹੀਦਾ ਸੀ। ਫਿਰ ਕੋਰਟਸ ਇਸ ਤਰ੍ਹਾਂ ਦੇ ਹੈਗੇ ਆਪਣੇ ਵੀ, ਕਈ ਜਿਹੜੀਆਂ ਇੰਪੋਰਟੈਂਟ ਗੱਲਾਂ ਹੁੰਦੀਆਂ ਉਹ ਤਾਂ ਕਈ ਮਹੀਨੇ ਉਡੀਕਦੀਆਂ ਰਹਿੰਦੀਆਂ, ਉਹਨਾਂ ਦੇ ਉੱਤੇ ਤਾਂ ਕੁਛ ਹੁੰਦਾ ਨਹੀਂ। ਤੇ ਜਿਹੜੇ ਨੋਨ ਐਸੈਂਸ਼ੀਅਲ ਇਸ ਤਰ੍ਹਾਂ ਦੇ ਇਸ਼ੂਜ਼ ਹੈਗੇ ਉਹਨਾਂ ਦੇ ਉੱਤੇ ਉਹ ਫਟਾਫਟ ਕੰਮ ਕਰਦੇ ਆ। ਤਾਂ ਇਹ ਵੀ ਕੋਈ ਕੋਰਟ ਵਾਸਤੇ ਕੋਈ ਬੜੀ ਗੌਰਵ ਵਾਲੀ ਗੱਲ ਨਹੀਂ ਹੈ। ਦੇਖੋ, ਲਾਲਾ ਜਗਤ ਨੈਣ ਤਾਂ ਬਹੁਤ ਹੰਢਿਆ ਹੋਇਆ ਤੇ ਬਹੁਤ ਪੁਰਾਣਾ ਪਾਪੀ ਸੀ, ਔਰ ਉਸ ਦੇ ਖੂਨ ਦੇ ਵਿੱਚ ਉਹ ਜਿਹੜੀ ਨਫ਼ਰਤ ਲੋਕਾਂ ਵਾਸਤੇ ਸਮਾਈ ਹੋਈ ਸੀ। ਇਹ ਅਰਨਾਬ ਗੋਸਵਾਮੀ ਦਾ ਮੈਨੂੰ ਇਹ ਲੱਗਦਾ ਹੈ ਕਿ ਇਹ ਆਦਮੀ ਸਿਰਫ ਪੋਲੀਟੀਕਲ ਗੇਨ ਵਾਸਤੇ ਇਸ ਤਰ੍ਹਾਂ ਦੇ ਪ੍ਰੋਟੈਂਸ਼ਨਸ ਕਰ ਰਿਹਾ ਹੈ, ਔਰ ਇਸ ਤਰ੍ਹਾਂ ਇਹ ਆਪਣੇ ਆਪ ਨੂੰ ਪ੍ਰਗਟ ਕਰ ਰਿਹਾ ਜਿਵੇਂ ਕਿ ਬਹੁਤ ਜ਼ਿਆਦਾ ਕਮਿਊਨਲ ਹੋਵੇ। ਆਪਾਂ ਇਸ ਨੂੰ ਪਹਿਲਾਂ ਵੀ ਦੇਖਿਆ, ਹੋਰ ਜਗ੍ਹਾ ਦੇ ਉੱਤੇ ਵੀ ਇਹ ਐਂਕਰਿੰਗ ਕਰਦਾ ਹੁੰਦਾ ਸੀਗਾ, ਉੱਥੇ ਥੋੜ੍ਹਾ ਨੋਰਮਲ ਸੀ। ਤੇ ਲੇਕਿਨ ਜਿਸ ਤਰ੍ਹਾਂ ਗੁਰੂ ਸਾਹਿਬ ਫਰਮਾਉਂਦੇ ਨੇ ਕਿ ਜੋ ਜੀਆ ਹੋਏ ਸੋ ਉਗਵੇ, ਮੂੰਹ ਕਾ ਕਹਿਆ ਵਾਓ। ਸੋ ਇਹਦੇ ਦਿਲ ਦੇ ਵਿੱਚ ਕਿਤੇ ਨਾ ਕਿਤੇ ਤਾਂ ਇਹ ਨਫ਼ਰਤ ਬੈਠੀ ਹੋਣੀ ਹੈ ਜਿਹੜੀ ਕਿ ਬਾਰ-ਬਾਰ ਪ੍ਰਗਟ ਹੁੰਦੀ ਹੈ। ਜਿਸ ਤਰ੍ਹਾਂ ਇਹ ਆਪਣੇ ਉਸ ਪ੍ਰੋਗਰਾਮ ਦੇ ਵਿੱਚ ਮੁਸਲਮਾਨ ਭਰਾਵਾਂ ਨੂੰ ਬੁਲਾ ਕੇ ਤੇ ਉਹਨਾਂ ਦੀ ਬੇਇੱਜ਼ਤੀ ਕਰਦਾ, ਫਿਰ ਹਰ ਇੱਕ ਕਿਸਮ ਦੇ ਆਦਮੀ ਨੂੰ ਇਹ ਬਾਰ-ਬਾਰ ਟੋਕਦਾ ਹੈ, ਔਰ ਲੈਂਗੁਏਜ ਇੰਨੀ ਘਟੀਆ ਬੋਲਦਾ ਹੈ। ਸੜਕਾਂ ਦੇ ਉੱਤੇ ਮੇਰੇ ਖਿਆਲ 'ਚ ਗੁੰਡੇ ਵੀ ਨਹੀਂ ਬੋਲਦੇ ਹੋਣੇ। ਜਗਤ ਨੈਣ ਇਸ ਤਰ੍ਹਾਂ ਨਹੀਂ ਸੀ, ਉਹ ਲੈਂਗੁਏਜ ਤਾਂ ਉਹਦੀ ਠੀਕ ਹੁੰਦੀ ਸੀ, ਲੇਕਿਨ ਉਹਦੇ ਮਨ ਦੇ ਵਿੱਚ ਕਾਫੀ ਜ਼ਹਿਰ ਹੁੰਦੀ ਸੀ। ਲਾਲਾ ਜਗਤ ਨੈਣ ਤਾਂ ਸਮਝਦਾ ਸੀ ਕਿ ਉਹ ਆਰੀਆ ਸਮਾਜੀਆਂ ਦਾ ਠੇਕੇਦਾਰ ਹੈ ਅਤੇ ਉਸਨੇ ਉਸ ਤਰ੍ਹਾਂ ਦੇ ਵਿਚਾਰ ਪ੍ਰਗਟ ਕਰਨੇ ਨੇ ਜਿਸ ਤਰ੍ਹਾਂ ਦੇ ਆਰੀਆ ਸਮਾਜੀਆਂ ਨੂੰ ਸੂਟ ਕਰਦੇ ਨੇ ਇਸ ਪੰਜਾਬ ਦੇ ਵਿੱਚ। ਅਤੇ ਸਿੱਖਾਂ ਦੇ ਬਰਖਲਾਫ ਸੀ ਸਿਰਫ, ਇਹ ਉਹਨਾਂ ਹੀ ਮੁਸਲਮਾਨਾਂ ਦੇ ਬਰਖਲਾਫ ਹੈ। ਸੋ ਆਈਡੀਓਲੋਜੀਕਲ ਸਿਮਿਲੈਰਿਟੀਜ਼ ਤਾਂ ਇਹੀ ਹੈਗੀਆਂ ਬਈ ਇਹ ਸਿਰਫ ਇਸ ਨੂੰ ਬੀਜੇਪੀ ਨੂੰ ਫੇਵਰ ਕਰਨ ਵਾਸਤੇ ਕਰਦਾ ਅਤੇ ਉਸ ਨੂੰ ਨੈਚੁਰਲੀ ਨਫ਼ਰਤ ਸੀ, ਔਰ ਆਰੀਆ ਸਮਾਜੀ ਪੁਆਇੰਟ ਆਫ ਵਿਊ ਤੋਂ ਉਹ ਸਿੱਖਾਂ ਨੂੰ ਹੇਟ ਸਮਝਦਾ ਸੀ। ਸੋ ਇੰਨਾ ਕੁ ਫਰਕ ਲੱਗਦਾ, ਹੋਰ ਤਾਂ ਖਾਸ ਨਹੀਂ। ਤੁਸੀਂ ਇਸ ਨੂੰ ਜਰਨਲਿਜ਼ਮ ਕਹਿੰਦੇ ਹੋ, ਇਹ ਤਾਂ ਬੜਾ ਬੇਸ ਕਿਸਮ ਦਾ, ਘਟੀਆ ਕਿਸਮ ਦਾ ਪ੍ਰੋਪੇਗੈਂਡਾ ਹੈ ਜਿਹੜਾ ਇਹ ਕਰ ਰਿਹਾ, ਔਰ ਉਹ ਵੀ ਕੋਈ ਕਾਮਯਾਬ ਨਹੀਂ, ਕਿਉਂਕਿ ਸਾਫ਼ ਦਿਸਦਾ ਹੈ
ਵੀ ਇਹ ਇੱਕ ਗਾਲੀ ਗਲੋਚ ਤੱਕ ਉਤਰ ਆਉਂਦਾ ਹੈ ਤਾਂ ਇਹਦਾ ਮਤਲਬ ਹੈਗਾ ਵੀ ਇਹਦੇ ਕੋਲੇ ਆਰਗੂਮੈਂਟ ਕੋਈ ਹੈ ਨਹੀਂ ਤੇ ਇਹ ਖਾਮਖਾਈ ਲੋਕਾਂ ਨੂੰ ਭੰਡਣ ਦੇ ਵਿੱਚ ਆਪਣਾ ਰੋਲ ਅਦਾ ਕਰ ਰਿਹਾ ਹੈ ਤੇ ਇਹ ਜਾਣਦਾ ਹੈ ਕਿ ਜਿਹੜੀ ਰੂਲਿੰਗ ਪਾਰਟੀ ਹੈ ਸ਼ਾਇਦ ਉਹਨਾਂ ਨੂੰ ਇਹ ਸੂਟ ਕਰਦਾ ਹੈ, ਉਹਨਾਂ ਦੀ ਖੁਸ਼ਨੂਤੀ ਹਾਸਲ ਕਰਨ ਵਾਸਤੇ ਇਹ ਕਰ ਰਿਹਾ ਹੈ। ਇੱਥੇ ਸਿਰਫ ਲੱਗਦਾ ਪੈਸੇ ਦਾ ਮਾਮਲਾ ਹੀ ਲੱਗਦਾ ਹੈ। ਜ਼ਿਕਰੇ ਖਾਸ ਹੈ ਕਿ ਅਰਨਬ ਗੋਸਵਾਮੀ ਨੇ ਰਿਪਬਲਿਕ ਟੀਵੀ ਦੇ ਸ਼ੋਅ ਦੌਰਾਨ ਸੋਨੀਆ ਗਾਂਧੀ ਬਾਰੇ ਟਿੱਪਣੀਆਂ ਕੀਤੀਆਂ ਸਨ, ਜਿਨ੍ਹਾਂ ਤੇ ਕਾਂਗਰਸ ਵਿੱਚ ਭਾਰੀ ਇਤਰਾਜ਼ ਉੱਠੇ। ਉੱਤੋਂ ਉਸ ਵੱਲੋਂ ਪਾਲਗਰ ਲਿੰਚਿੰਗ ਮਾਮਲੇ ਨੂੰ ਵੀ ਫਿਰਕੂ ਰੰਗ ਦੇਣ ਦੇ ਇਲਜ਼ਾਮ ਲੱਗੇ ਹਨ। ਤਾਂ ਗਲੋਬ ਐਡਵਾਈਸ ਓਵਰਸੀਜ਼ ਐਜੂਕੇਸ਼ਨ ਤੇ ਇਮੀਗ੍ਰੇਸ਼ਨ ਕੰਪਨੀ ਹੈਗੀ ਹੈ। ਸਾਨੂੰ 35 ਸਾਲ ਦਾ ਐਕਸਪੀਰੀਅੰਸ ਹੈ। ਅਸੀਂ ਬੱਚਿਆਂ ਨੂੰ ਉਹਨਾਂ ਦੇ ਪ੍ਰੋਗਰਾਮ ਸਿਲੈਕਸ਼ਨ ਤੇ ਸਕਾਲਰਸ਼ਿਪਸ ਵਿੱਚ ਹੈਲਪ ਕਰਨੇ ਆ। ਅਸੀਂ ਬੱਚਿਆਂ ਨੂੰ ਅਪ ਟੂ 50 ਲੱਖ ਤੱਕ ਸਕਾਲਰਸ਼ਿਪਸ ਲੈ ਕੇ ਦਿੱਤੀਆਂ ਹੋਈਆਂ ਨੇ। ਅਸੀਂ ਤੇ ਬੱਚਿਆਂ ਦੇ ਵੀਜ਼ਾ, LORs, SOP 'ਚ ਹੈਲਪ ਕਰਨੇ ਆ ਤੇ ਪੋਸਟ ਲੈਂਡਿੰਗ ਸਰਵਿਸਿਜ਼ ਵਿੱਚ 에ਅਰਪੋਰਟ ਪਿਕਅਪ ਤੇ ਉਹਨਾਂ ਦੀ ਟੈਂਪਰੇਰੀ ਅਕਮੋਡੇਸ਼ਨ ਦਾ ਇੰਤਜ਼ਾਮ ਵੀ ਕਰਨੇ ਹਾਂ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।